ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਏਜੰਡਾ। ਅੱਜ ਮੁੜ ਗੱਲ ਹੋਏਗੀ ਪੰਜਾਬ ਪੁਲਿਸ ਪ੍ਰਾਇਮਰੀ ਕੰਜ਼ਿਊਮਰ ਕੋਆਪਰੇਟਿਵ ਸੁਸਾਇਟੀ ਦੇ ਭਖਦੇ ਵਿਵਾਦ ਬਾਰੇ। ਦੱਸਾਂਗੇ ਕੁਝ ਇਹੋ ਜਿਹੀਆਂ ਬੇਨਿਯਮੀਆਂ ਜਿਸ ਨਾਲ ਇੱਕ ਬਹੁਤ ਕਰੋੜੀ ਸਕੈਮ ਦੀ ਵਾਸ਼ਨਾ ਆਉਂਦੀ ਹੈ। ਦੱਸਾਂਗੇ ਕਿ ਕਿਵੇਂ IPS ਅਫਸਰ ਅਤੇ ਹੋਰ ਅਧਿਕਾਰੀ ਸੁਸਾਇਟੀ ਦੇ ਮੈਂਬਰਸ ਦੇ ਹਿੱਤਾਂ ਵਿਰੁੱਧ ਕੰਮ ਕਰਦੇ ਰਹੇ ਅਤੇ 313 ਕਰੋੜ ਰੁਪਏ ਇੱਕ ਤਰ੍ਹਾਂ ਨਾਲ ਖੁਰਦ ਬੁਰਦ ਕਰ ਦਿੱਤੇ ਗਏ। ਇਹ ਵੀ ਦੱਸਾਂਗੇ ਕਿ ਕਿਵੇਂ ਨਵੀਂ ਬਣੀ ਪ੍ਰਬੰਧਕੀ ਕਮੇਟੀ ਵੱਲੋਂ ਹਿਸਾਬ ਕਿਤਾਬ ਮੰਗਣ ਤੇ ਉਸ ਨੂੰ ਭੰਗ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਿਛਲੀ ਪ੍ਰਬੰਧਕੀ ਕਮੇਟੀ ਦੇ ਫੈਸਲਿਆਂ ਕਾਰਨ ਪੈਦਾ ਹੋਈ ਲਿਟੀਗੇਸ਼ਨ ਯਾਨੀ ਕਿ ਕੋਰਟ ਕੇਸਿਸ ਦੇ ਵਿਸਤਾਰ ਦਿਆਂਗੇ। ਆਓ ਸ਼ੁਰੂ ਕਰਦੇ ਹਾਂ ਏਜੰਡਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਰਜ਼ ਹੈ। ਪੰਜਾਬ ਦਸਤਾਵੇਜ਼ ਨੇ ਆਪਣੀ ਪਹਿਲੀ ਖਬਰ ਜਿਸ 60 ਏਕੜ ਦੇ ਪ੍ਰੋਜੈਕਟ ਨੰਬਰ 1 ਬਾਰੇ ਦੱਸਿਆ ਸੀ, ਉਸ ਤੋਂ ਬਾਅਦ ਅੱਜ ਪ੍ਰੋਜੈਕਟ ਨੰਬਰ 2 ਨੇਮਡ ਗ੍ਰੀਨ ਵੇਜ਼ ਰਕਬਾ 25 ਏਕੜ ਪਿੰਡ ਭਗਤ ਮਾਜਰਾ ਅਤੇ ਰਾਣੀ ਮਾਜਰੇ ਬਾਰੇ ਗੱਲ ਕਰਾਂਗੇ। ਗ੍ਰੀਨ ਵੇਜ਼ ਪ੍ਰੋਜੈਕਟ 'ਚ 180 ਮੈਂਬਰ ਸੀ। MOU ਵਿਦ ਮੈਸਰਜ਼ Innovative Housing and Infrastructure Private Limited owned by ਜਗਜੀਤ ਸਿੰਘ ਮਾਝਾ ਅਤੇ ਉਹਨਾਂ ਦੀ ਪਤਨੀ ਨਾਲ 26/5/2011 ਨੂੰ ਇਹ MOU ਸਾਈਨ ਕੀਤਾ ਗਿਆ। ਸਿਗਨੇਚਰ ਸੀ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਕੁਮਾਰ ਮਿੱਤਲ IPS ਅਤੇ ਡਿਵੈਲਪਰ ਜਗਜੀਤ ਸਿੰਘ ਮਾਝਾ ਦੇ। MOU ਤਿਆਰ ਕਰਨ ਲਈ ਅਸ਼ਟਾਮ ਦੋਹਾਂ ਤਰ੍ਹਾਂ ਚੋਂ ਕਿਸੇ ਨੇ ਨਹੀਂ ਖਰੀਦਿਆ, ਬਲਕਿ ਇੱਕ ਅਗਿਆਤ ਵਿਅਕਤੀ ਬਲਵਿੰਦਰ ਸਿੰਘ ਰੈਜ਼ੀਡੈਂਟ ਆਫ ਭਗਤ ਮਾਜਰਾ ਨੇ ਖਰੀਦਿਆ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਇਰੈਗੂਲੈਰਿਟੀ ਸੀ। MOU ਦੀਆਂ ਹੇਠ ਲਿਖੀਆਂ ਸ਼ਰਤਾਂ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸ਼ਰੇਆਮ ਵਾਇਲੇਟ ਕੀਤਾ ਗਿਆ। ਪਹਿਲੀ ਸ਼ਰਤ, ਅਸੀਂ ਯਾਨੀ ਕਿ ਦੋਨੋਂ ਪਾਰਟੀਆਂ 25 ਏਕੜ ਜ਼ਮੀਨ ਭਗਤਪੁਰਾ ਅਤੇ ਰਾਣੀ ਮਾਜਰਾ 'ਚ ਖਰੀਦਾਂਗੇ। ਪੁਆਇੰਟ ਨੰਬਰ 2, ਡਿਵੈਲਪਰ ਸੁਸਾਇਟੀ ਨੂੰ 55,000 ਸਕੁਆਇਰ ਯਾਰਡ ਜ਼ਮੀਨ ਪਲਾਟਸ ਦੀ ਸ਼ਕਲ 'ਚ ਡਿਵੈਲਪ ਕਰਕੇ ਦੇਵੇਗਾ। ਸਾਰੀਆਂ ਸਰਵਿਸਿਜ਼ ਜਿਵੇਂ ਕਿ ਸੀਵਰੇਜ, ਵਾਟਰ ਸਪਲਾਈ, ਰੋਡਸ, ਲਾਈਟਸ ਆਦਿ ਤਿਆਰ ਕਰਕੇ ਡਿਵੈਲਪਰ ਦੇਵੇਗਾ। ਪੁਆਇੰਟ ਨੰਬਰ 3, ਡਿਵੈਲਪਰ ਅਤੇ ਸੁਸਾਇਟੀ ਸਾਰੇ ਫੈਸਲੇ ਸਾਂਝੇ ਤੌਰ 'ਤੇ ਲੈਣਗੇ। ਪੁਆਇੰਟ ਨੰਬਰ 4, ਜ਼ਮੀਨ ਦੀ ਕੀਮਤ 14,500 ਰੁਪਇਆ ਪ੍ਰਤੀ ਸਕੁਆਇਰ ਯਾਰਡ ਮਿਥੀ ਗਈ, ਇਨਕਲੂਡਿੰਗ ਡਿਵੈਲਪਮੈਂਟ ਚਾਰਜਸ। ਪੁਆਇੰਟ ਨੰਬਰ 5, ਸਾਰੇ ਖਰਚੇ ਜਿਵੇਂ ਕਿ ਸਟੈਂਪ ਡਿਊਟੀ, ਲਾਇਸੈਂਸ ਫੀਸ, CLU ਯਾਨੀ ਕਿ ਚੇਂਜ ਆਫ ਲੈਂਡ ਯੂਜ਼ ਚਾਰਜਸ, external development charges, internal development charges etc. ਡਿਵੈਲਪਰ ਦੇਗਾ। 180 ਮੈਂਬਰ ਲੈਂਡ ਕਾਸਟ 14,500 ਰੁਪਇਆ ਸਕੁਆਇਰ ਯਾਰਡ ਦੇ ਹਿਸਾਬ ਨਾਲ ਅਦਾ ਕਰਨਗੇ। 35 ਕਰੋੜ ਰੁਪਇਆ ਇਸ ਕਲੌਜ਼ ਦੇ ਤਹਿਤ ਇਸ ਬਿਲਡਰ ਨੂੰ ਅਦਾ ਕਰ ਦਿੱਤਾ ਗਿਆ। ਪੁਆਇੰਟ ਨੰਬਰ 7, ਡਿਵੈਲਪਰ 25 ਏਕੜ ਜ਼ਮੀਨ ਸੁਸਾਇਟੀ ਦੇ ਨਾਮ ਖਰੀਦੇਗਾ ਐਜ਼ ਅ ਮੇਜਰ ਆਫ ਸਿਕਿਉਰਿਟੀ, ਪਰ 12 ਸਾਲ ਬਾਅਦ ਵੀ ਡਿਵੈਲਪਰ ਨੇ ਪੈਸੇ ਲੈਣ ਤੋਂ ਬਾਅਦ 1 ਵੀ ਇੰਚ ਜ਼ਮੀਨ ਸੁਸਾਇਟੀ ਦੇ ਨਾਮ ਨਹੀਂ ਖਰੀਦੀ। ਪੁਆਇੰਟ ਨੰਬਰ 8, ਜੇ ਡਿਵੈਲਪਰ 3 ਸਾਲ 'ਚ ਪ੍ਰੋਜੈਕਟ ਤਿਆਰ ਕਰਕੇ ਨਹੀਂ ਦਿੰਦਾ ਤਾਂ ਸੁਸਾਇਟੀ ਡਿਵੈਲਪਰ ਨੂੰ ਕੱਢ ਕੇ ਇਸ ਪ੍ਰੋਜੈਕਟ 'ਤੇ ਖੁਦ ਕਾਬਜ਼ ਹੋ ਜਾਏਗੀ ਅਤੇ ਜਗਜੀਤ ਸਿੰਘ ਮਾਝੇ ਦੀ ਕੰਪਨੀ ਦਾ ਇਸ ਪ੍ਰੋਜੈਕਟ ਨਾਲ ਲੇਖਾ ਜੋਖਾ ਖਤਮ ਕਰ ਦਿੱਤਾ ਜਾਏਗਾ। ਇਸ MOU ਦਾ ਜ਼ਿਕਰ
ਸੁਸਾਇਟੀ ਦੇ ਪ੍ਰੋਸੀਡਿੰਗ ਰਜਿਸਟਰ ਦੇ ਵਿੱਚ ਕਿਤੇ ਵੀ ਨਹੀਂ ਕੀਤਾ ਗਿਆ, ਜੋ ਕਿ ਇੱਕ ਕਲੀਅਰ ਵਾਇਲੇਸ਼ਨ ਹੈ ਪੰਜਾਬ ਕੋਆਪਰੇਟਿਵ ਸੁਸਾਇਟੀਜ਼ ਐਕਟ 1961 ਦੀ। ਪ੍ਰੋਸੀਡਿੰਗਸ ਬੁੱਕ 'ਚ ਲਿਖਿਆ 3/5/2011 ਦੀ ਮੀਟਿੰਗ ਦਾ ਜ਼ਿਕਰ ਹੈ, ਪਰ ਨਵੇਂ ਪ੍ਰੋਜੈਕਟ ਦਾ MOU ਬਾਰੇ ਮੈਂਬਰਸ ਵੱਲੋਂ ਪਾਸ ਕੀਤੇ ਗਏ ਕਿਸੇ ਮਤੇ ਦਾ ਕੋਈ ਜ਼ਿਕਰ ਨਹੀਂ। ਜ਼ਮੀਨ ਦੇ ਰੇਟ ਦਾ ਕੋਈ ਜ਼ਿਕਰ ਨਹੀਂ। ਪ੍ਰੋਸੀਡਿੰਗਸ ਬੁੱਕ ਅਗਲੀ ਮੀਟਿੰਗ 17/8 ਨੂੰ ਰਿਕਾਰਡ ਕਰਦੀ ਹੈ। ਸੋ MOU ਨੂੰ ਉਸ ਵਕਤ ਦੀ ਪ੍ਰਬੰਧਕੀ ਕਮੇਟੀ ਨੇ ਬਿਨਾਂ ਕਿਸੇ ਅਧਿਕਾਰ ਦੇ ਹੀ ਸਾਈਨ ਕੀਤਾ। ਹਾਂ, ਕਿਹਾ ਗਿਆ ਕਿ ADGP ਰਜਿੰਦਰ ਸਿੰਘ ਚਾਹੁੰਦੇ ਨੇ ਕਿ ਬਠਿੰਡਾ ਪੁਲਿਸ ਵੈਲਫੇਅਰ ਕੋਆਪਰੇਟਿਵ ਮਲਟੀਪਰਪਸ ਸੁਸਾਇਟੀ ਨੂੰ 60 ਲੱਖ ਰੁਪਏ ਉਧਾਰ ਦੇ ਦਿੱਤੇ ਜਾਣ। ਸੇਮ ਡੇ ਚੈੱਕ ਜਾਰੀ ਹੋ ਜਾਂਦਾ ਹੈ। ਬਠਿੰਡਾ ਸੁਸਾਇਟੀ ਵੀ ADGP ਰਜਿੰਦਰ ਸਿੰਘ ਨੇ ਹੀ ਫਲੋਟ ਕੀਤੀ ਸੀ। ਇਸ ਸੁਸਾਇਟੀ ਬਾਰੇ ਕਿਸੇ ਵੱਖਰੇ ਦਿਨ ਕਿਸੇ ਵੱਖਰੇ ਵੀਡੀਓ ਦੇ ਵਿੱਚ ਖੁਲਾਸਾ ਕਰਾਂਗੇ। ਪ੍ਰੋਸੀਡਿੰਗ ਬੁੱਕ ਅੱਗੇ ਦੱਸਦੀ ਹੈ ਕਿ ਡਿਵੈਲਪਰ ਮਾਝਾ ਵੱਲੋਂ ਗਮਾਡਾ ਨਾਲ 2012 ਤੋਂ ਲੈ ਕੇ 2017 ਤੱਕ ਕੋਈ ਖਤੋ ਖਤਾਬਤ ਨਹੀਂ ਕੀਤੀ ਗਈ, ਪਰ ਮੈਂਬਰਸ ਤੋਂ ਕੰਸੀਲ ਕੀਤੀ ਜਾਣਕਾਰੀ ਇਸ ਤਰ੍ਹਾਂ ਹੈ। ਡਿਵੈਲਪਰ ਨੇ 28/12/2012 ਨੂੰ ਗਮਾਡਾ ਨੂੰ ਲਿਖਿਆ ਕਿ ਗ੍ਰੀਨ ਵੇਜ਼ ਯਾਨੀ ਕਿ ਪ੍ਰੋਜੈਕਟ ਨੰਬਰ 2 ਲਈ ਪ੍ਰਵਾਨਗੀ ਦੇ ਦਿੱਤੀ ਜਾਏ, ਜਿਸ ਦਾ ਰਕਬਾ 115.9 ਏਕੜ ਹੈ। ਗਮਾਡਾ ਨੂੰ ਇਹ ਝੂਠ ਬੋਲਿਆ ਗਿਆ ਕਿ ਰਕਬਾ 115.9 ਏਕੜ ਹੈ, ਜਦਕਿ ਗ੍ਰੀਨਵੇਜ਼ ਪ੍ਰੋਜੈਕਟ 2 ਦੀ ਜ਼ਮੀਨ ਕੁੱਲ 25 ਏਕੜ ਸੀਗੀ। ਅੱਗੇ ਸੁਣੋ, 2012 ਤੋਂ 2017 ਤੱਕ ਕੋਈ ਵਿਜ਼ੀਬਲ ਕਾਰਵਾਈ ਇਸ ਪ੍ਰੋਜੈਕਟ ਤੇ ਨਹੀਂ ਹੁੰਦੀ। 12/5/17 ਨੂੰ ਸਾਰੇ ਪ੍ਰੋਜੈਕਟ ਦੀ ਪ੍ਰਪੋਜ਼ਲ ਨੂੰ ਗਮਾਡਾ ਤੋਂ ਵਾਪਸ ਲੈ ਲਿਆ ਜਾਂਦਾ ਹੈ, ਵਿਡਰਾਅ ਕਰ ਲਿਆ ਜਾਂਦਾ ਹੈ। ਸੁਸਾਇਟੀ ਦੀ ਜਾਣਕਾਰੀ ਬਿਨਾਂ ਕਿਹਾ ਜਾਂਦਾ ਹੈ ਕਿ ਫਰੈਸ਼ ਅਪਲਾਈ ਕਰਾਂਗੇ, ਕਿਉਂਕਿ ਪੰਜਾਬ ਅਪਾਰਟਮੈਂਟਸ ਐਂਡ ਪ੍ਰੋਪਰਟੀਜ਼ ਰੈਗੂਲੇਸ਼ਨ ਐਕਟ ਪਾਪਰਾ ਇਸ ਦੇ ਵਿੱਚ ਅਮੈਂਡਮੈਂਟ ਹੋ ਚੁੱਕੀ ਆ ਤੇ ਨਵੀਂ ਪ੍ਰਪੋਜ਼ਲ ਨਵੀਂ ਅਮੈਂਡਮੈਂਟ ਦੇ ਮੁਤਾਬਿਕ ਦਾਇਰ ਕੀਤੀ ਜਾਏਗੀ, ਪਰ ਇਹ ਨਵੀਂ ਪ੍ਰਪੋਜ਼ਲ ਅੱਜ ਤੱਕ ਦਾਇਰ ਨਹੀਂ ਕੀਤੀ ਗਈ। ਨਿਊ ਆਫਿਸ ਬਿਊਰੋਸ ਯਾਨੀ ਕਿ ਨਵੀਂ ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਮਾਝਾ, ਜੋ ਕਿ ਮੈਸਰਜ਼ ਇਨੋਵੇਟਿਵ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਮਾਲਿਕ ਨੇ, ਇਹ 25 ਏਕੜ ਜ਼ਮੀਨ ਬਿਨਾਂ ਸੁਸਾਇਟੀ ਦੀ ਆਗਿਆ ਇੱਕ ਹੋਰ ਕੋਲੋਨਾਈਜ਼ਰ ਅੰਬਿਕਾ ਕੰਸਟਰਕਸ਼ਨਸ ਨੂੰ ਵੇਚ ਦਿੱਤੀ ਹੈ। ਇਹ ਇੱਕ ਵੱਖਰਾ ਸਕੈਮ ਹੈ ਜਿਸ ਬਾਰੇ ਫਿਰ ਖੁਲਾਸਾ ਹੋਏਗਾ। ਪਿਛਲੇ ਪ੍ਰਬੰਧਕਾਂ ਨੇ ਇਸ ਕੰਮ ਦੇ ਬਾਰੇ ਕੋਈ ਪੀਨਲ ਐਕਸ਼ਨ ਨਹੀਂ ਲਿਆ, ਕੋਈ ਰੈਜ਼ੋਲੂਸ਼ਨ ਪਾਸ ਨਹੀਂ ਕੀਤਾ, ਡਿਵੈਲਪਰ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਇਹ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਜ਼ਰੂਰੀ ਹੈ ਕਿ 2020 'ਚ ਪਲਾਟਸ ਦੀਆਂ ਅਲਾਟਮੈਂਟ ਵੀ ਜਾਰੀ ਕਰ ਦਿੱਤੀਆਂ ਗਈਆਂ। ਸਕਰੀਨ 'ਤੇ ਵੇਖੋ, ਇਹ ਅਲਾਟਮੈਂਟਸ ਜਾਰੀ ਹੋਈਆਂ ਉਹਨਾਂ ਮੈਂਬਰਸ ਨੂੰ ਜਿਨ੍ਹਾਂ ਨੇ ਆਪਣੇ ਪੈਸੇ ਇਸ ਪ੍ਰੋਜੈਕਟ ਦੇ ਵਿੱਚ ਜਮ੍ਹਾਂ ਕਰਵਾ ਕੇ 35 ਕਰੋੜ ਰੁਪਇਆ ਡਿਵੈਲਪਰ ਨੂੰ ਦਿੱਤਾ ਸੀ। ਅੱਗੇ ਆਉਂਦੇ ਜੀ, ਪ੍ਰੋਸੀਡਿੰਗਸ ਬੁੱਕ ਮੁਤਾਬਕ 23/8/2018 ਨੂੰ ਸ਼ਿਵੇ ਕੁਮਾਰ ਵਰਮਾ IPS IG ਸਿਕਿਉਰਿਟੀ ਜਨਰਲ ਸਕੱਤਰ ਨੇ ਜਨਰਲ ਬੋਡੀ ਆਫ ਦੀ ਸੁਸਾਇਟੀ ਦੀ ਮੀਟਿੰਗ ਕਾਲ ਕੀਤੀ। ਏਜੰਡਾ ਕੀ ਸੀ? ਏਜੰਡਾ ਸੀ ਕਿ 2/9/18 ਨੂੰ ਪ੍ਰੋਜੈਕਟ ਨੰਬਰ 1 ਪ੍ਰੋਜੈਕਟ ਨੰਬਰ 2 ਦੀ ਪ੍ਰੋਗਰੈਸ ਵਾਚੀ ਜਾਏਗੀ। ਇਸ ਮੀਟਿੰਗ 'ਚ ਡਿਵੈਲਪਰ ਵੀ ਹਾਜ਼ਰ ਹੁੰਦਾ ਹੈ। ਉਹ ਦਾਅਵਾ ਕਰਦਾ ਹੈ ਕਿ ਗ੍ਰੀਨਵੇਜ਼ ਯਾਨੀ ਕਿ ਪ੍ਰੋਜੈਕਟ ਨੰਬਰ 2 ਅੱਗੇ ਵਧ ਰਿਹਾ ਭਲੀ ਭਾਂਤੀ ਤੇ ਪ੍ਰੋਜੈਕਟ ਦੀਆਂ ਸਾਰੀਆਂ ਪਰਮਿਸ਼ਨਸ ਅਤੇ ਹੋਰ ਸਾਰੀਆਂ ਅਦਾਇਗੀਆਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਵਰਣਨਯੋਗ ਹੈ ਕਿ ਜਦੋਂ ਪ੍ਰੋਜੈਕਟ 2
ਗ੍ਰੀਨਵੇਜ਼ ਐਗਜ਼ਿਸਟ ਹੀ ਨਹੀਂ ਕਰਦਾ। ਗਮਾਡਾ ਤੋਂ ਪ੍ਰਪੋਜ਼ਲ ਵਾਪਸ ਲੈ ਲਈ ਗਈ, ਵਿਡਰਾ ਕਰ ਲਈ ਗਈ। ਜ਼ਮੀਨ ਸੁਸਾਇਟੀ ਦੇ ਨਾਮ ਤੇ ਹੈ ਹੀ ਨਹੀਂ। ਡਿਵੈਲਪਰ ਨੇ ਅੰਬਿਕਾ ਕੰਸਟਰਕਸ਼ਨਸ ਨੂੰ, ਆਪਣੀ ਕਲੋਨਾਈਜ਼ਰ ਨੂੰ ਅੱਗੇ ਵੇਚ ਦਿੱਤੀ ਹੈ ਬਿਨਾਂ ਮਨਜ਼ੂਰੀ। ਤਾਂ ਫਿਰ ਮੀਟਿੰਗ ਦੇ ਵਿੱਚ ਮੈਂਬਰਸ ਨੂੰ ਕਿਵੇਂ ਵਿਸ਼ਵਾਸ ਦਿਵਾਇਆ ਗਿਆ ਕਿ ਪ੍ਰਵਾਨਗੀਆਂ ਆ ਰਹੀਆਂ ਨੇ ਬਹੁਤ ਜਲਦ। ਸਭ ਤੋਂ ਹੈਰਾਨੀਕੁੰਨ ਗੱਲ ਇਹ ਹੈ ਕਿ ਵਿਸ਼ਵਾਸ ਦਿਵਾਇਆ ਗਿਆ, ਜਦ ਕਿ ਗਰਾਊਂਡ ਰਿਐਲਿਟੀ ਇਹ ਹੈ ਕਿ ਗਰਾਊਂਡ ਤੇ ਕੁਝ ਐਗਜ਼ਿਸਟ ਹੀ ਨਹੀਂ ਕਰਦਾ ਸੀ। ਪ੍ਰੋਸੀਡਿੰਗ ਬੁੱਕ 'ਚ 2/9/18 ਦੀ ਮੀਟਿੰਗ ਇੱਕ ਹੋਰ ਪ੍ਰਧਾਨ ਡੀਪੀ ਸ਼ਾਰਦਾ ਦੀ ਨੁਮਾਇੰਦਗੀ ਹੇਠ ਹੋਈ। ਕੋਈ ਇਤਲਾ ਨਹੀਂ ਦਿੱਤੀ ਗਈ ਮੈਂਬਰਾਂ ਨੂੰ ਕਿ ਸ਼ਾਰਦਾ ਜੀ ਹੁਣ ਨਵੇਂ ਪ੍ਰਧਾਨ ਚੁਣ ਲਏ ਗਏ ਨੇ। ਇਹ ਸਾਰੀਆਂ ਇਰੈਗੂਲਰਿਟੀਜ਼ ਬਾਰੇ ਨਵੇਂ ਪ੍ਰਬੰਧਕਾਂ ਨੇ ਸ਼ਿਵੇ ਕੁਮਾਰ ਵਰਮਾ IPS, ਜੋ ਕਿ 24/4/2015 ਨੂੰ ਜਨਰਲ ਸਕੱਤਰ ਚੁਣੇ ਗਏ, ਉਹਨਾਂ ਦੇ ਵਿਰੁੱਧ ਮੁੱਲਾਂਪੁਰ ਪੁਲਿਸ ਸਟੇਸ਼ਨ ਨੂੰ ਪਰਚਾ ਦਰਜ ਕਰਨ ਲਈ ਦਰਖਾਸਤ ਦੇ ਦਿੱਤੀ ਹੈ। ਨਵੇਂ ਪ੍ਰਧਾਨ ਗੁਰਮੀਤ ਸਿੰਘ ਰੰਧਾਵਾ SSP ਰਿਟਾਇਰਡ ਅਤੇ ਵਾਈਸ ਪ੍ਰੈਜ਼ੀਡੈਂਟ IG ਰਿਟਾਇਰਡ NS ਢਿੱਲੋਂ ਨੇ ਸ਼ਿਵਾ ਕੁਮਾਰ ਵਰਮਾ ਜਨਰਲ ਸਕੱਤਰ ਵਿਰੁੱਧ ਦੂਜੀ ਸ਼ਿਕਾਇਤ 65 ਕਨਾਲ 1 ਮਰਲਾ ਜ਼ਮੀਨ ਤੀੜਾ ਦੀ ਪੰਚਾਇਤੀ ਜ਼ਮੀਨ ਦੇ ਤਬਾਦਲੇ ਬਾਰੇ ਕੀਤੀ। ਸਿਰਫ ਸਰਪੰਚ ਜਗਜੀਤ ਸਿੰਘ ਤੋਂ ਲਿਖਵਾ ਲਿਆ ਜਾਂਦਾ ਹੈ ਕਿ ਪੰਚਾਇਤ ਦੀ ਜ਼ਮੀਨ ਦਾ ਤਬਾਦਲਾ ਪ੍ਰੋਜੈਕਟ ਨੰਬਰ 1 ਜੋ ਕਿ 60 ਏਕੜ 'ਚ ਬਣਿਆ ਸੀ ਜਾਂ ਬਣਨਾ ਸੀ ਉਸ ਦੇ ਨਾਲ ਕਰ ਲਿਆ ਜਾਏ। ਕਿਸੇ ਪੰਚਾਇਤ ਦੇ ਹੋਰ ਮੈਂਬਰ ਦੀ ਇਸ ਦੇ ਉੱਤੇ ਦਸਤਖਤ ਨਹੀਂ ਸੀ, ਜੋ ਕਿ ਇੱਕ ਵੱਖਰੀ ਇਰੈਗੂਲੈਰਿਟੀ ਹੈ। ਪ੍ਰੋਸੀਡਿੰਗ ਬੁੱਕ 'ਚ ਕੋਈ ਰੈਜ਼ੋਲੂਸ਼ਨ ਨਹੀਂ, ਕੋਈ ਕਾਰਨ ਦਰਜ ਨਹੀਂ ਕਿ ਜ਼ਮੀਨ ਦਾ ਤਬਾਦਲਾ ਕਿਉਂ ਕੀਤਾ ਜਾ ਰਿਹਾ ਹੈ। ਤੇ ਇਸੇ ਦੌਰਾਨ FCR ਰੂਰਲ ਡਿਵੈਲਪਮੈਂਟ ਐਂਡ ਪੰਚਾਇਤਸ ਉਸ ਵਕਤਿਆਂ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ, ਪਰ ਇਸ ਜ਼ਮੀਨ ਤੇ ਆਜ਼ਾਦੀ ਤੋਂ ਪਹਿਲਾਂ ਦੇ ਕਾਬਜ਼ ਕਿਸਾਨ ਹਾਈ ਕੋਰਟ ਚਲੇ ਜਾਂਦੇ ਹੈ, ਸਟੇ ਲੈ ਲੈ ਆਉਂਦੇ ਹੈ। ਸੁਸਾਇਟੀ ਦੇ ਪੁਰਾਣੇ ਪ੍ਰਬੰਧਕ ਤਬਾਦਲੇ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਮੈਸਰਸ ਇਨੋਵੇਟਿਵ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਓਨਡ ਬਾਏ ਜਗਜੀਤ ਸਿੰਘ ਮਾਝਾ ਦੇ ਨਾਮ ਕਰਵਾ ਦਿੰਦੇ ਆ। ਕਿਸਾਨ ਹਾਈ ਕੋਰਟ ਦੇ ਵਿੱਚ ਕੰਟੈਂਪਟ ਆਫ ਕੋਰਟ ਦੀ ਪਟੀਸ਼ਨ ਦਾਇਰ ਕਰ ਦਿੰਦੇ ਆ ਤੇ ਉਸ ਵਕਤ ਦੇ DGP ਦਿਨਕਰ ਗੁਪਤਾ ਨੂੰ, ਜੋ ਕਿ ਅੱਜਕੱਲ NIA ਚੀਫ ਨੇ, ਉਹਨਾਂ ਨੂੰ ਪਾਰਟੀ ਬਣਾਉਂਦੇ ਆ। ਇਹ ਮਾਮਲਾ ਹਾਈ ਕੋਰਟ ਦੇ ਵਿੱਚ ਅਜੇ ਪੈਂਡਿੰਗ ਹੈ। ਅਗਲੀ ਗੱਲ ਦੱਸਦੇ ਹਾਂ ਕਿ ਤਬਾਦਲੇ ਲਈ ਜਨਰਲ ਸੈਕਟਰੀ ਸ਼ਿਵੇ ਕੁਮਾਰ ਵਰਮਾ ਆਪਣੇ ਪੱਧਰ ਤੇ ਹੀ ਸਾਰੀ ਸੁਸਾਇਟੀ ਦੇ ਮੈਂਬਰਸ ਦੇ ਵੱਲੋਂ ਇੱਕ ਰੈਜ਼ੋਲਿਊਸ਼ਨ ਲਿਖ ਕੇ ਦੇ ਦਿੰਦੇ ਆ, ਜਦ ਕਿ ਪ੍ਰੋਸੀਡਿੰਗ ਬੁੱਕ ਇਸ ਦਾ ਕੋਈ ਜ਼ਿਕਰ ਨਹੀਂ ਕਰਦੀ। ਮਤਲਬ ਇੱਕ ਫੇਕ ਰੈਜ਼ੋਲਿਊਸ਼ਨ ਦੇ ਦਿੱਤਾ ਜਾਂਦਾ ਹੈ। ਜ਼ਮੀਨ ਦੀ ਮੇਜਰਮੈਂਟ ਨੂੰ ਲੈ ਕੇ ਵੀ ਕਨਫਿਊਜ਼ਨ ਹੈ। ਕਿਤੇ ਤਾਂ ਲਿਖਿਆ ਜਾਂਦਾ ਹੈ ਪ੍ਰੋਜੈਕਟ ਦੇ ਵਿੱਚ ਜ਼ਮੀਨ 65 ਕਨਾਲ ਇੱਕ ਮਰਲਾ, ਕਿਤੇ 62 ਕਨਾਲ 1 ਮਰਲਾ, ਕਿਤੇ 60 ਕਨਾਲ 1 ਮਰਲਾ। ਇੰਨੀ ਜ਼ਮੀਨ ਦਾ ਹੇਰ ਫੇਰ ਕਿਸੇ ਲੇਖੇ ਜੋਖੇ ਨਜ਼ਰ ਨਹੀਂ ਆਉਂਦਾ। ਇੱਕ ਹੋਰ ਗੱਲ ਦੱਸਣੀ, ਇਸੇ ਮਾਮਲੇ ਤੇ ਇੱਕ ਕੇਸ 2021 'ਚ ਇਹਨਾਂ ਕਿਸਾਨਾਂ ਨੇ ਖਰੜ ਦੀ ਅਦਾਲਤ ਦੇ ਵਿੱਚ ਦਾਇਰ ਕੀਤਾ, ਜਦੋਂ ਕਿ ਨਵੀਂ ਪ੍ਰਬੰਧਕੀ ਕਮੇਟੀ ਵਜੂਦ ਦੇ ਵਿੱਚ ਨਹੀਂ ਸੀ ਆਈ ਅਤੇ ਇਹ ਮਾਮਲਾ ਅੱਗੇ ਚੱਲ ਰਿਹਾ ਹੈ। ਤੀਜੀ ਸ਼ਿਕਾਇਤ ਨਵੀਂ ਕਮੇਟੀ ਨੇ IG ਸ਼ਿਵ ਕੁਮਾਰ ਵਰਮਾ ਵਿਰੁੱਧ ਇਹ ਕੀਤੀ ਕਿ ਉਹਨਾਂ ਨੇ ਆਪਣੀ ਆਫੀਸ਼ੀਅਲ ਪੋਜੀਸ਼ਨ ਦਾ ਮਿਸਯੂਜ਼ ਅਤੇ ਐਬਿਊਜ਼ ਕਰਦੇ ਹੋਏ ਆਪਣੇ ਆਫੀਸ਼ੀਅਲ ਪੈਡ ਦੀ ਵਰਤੋਂ ਕੀਤੀ। ਇੱਕ ਵਾਰ ਇਹ ਹੋਇਆ ਕਿ ਕੋਆਪਰੇਟਿਵ ਸੁਸਾਇਟੀ ਨੇ ਰਿਕਾਰਡ ਵੇਖਣ ਦੇ ਲਈ ਚਿੱਠੀ ਲਿਖੀ, ਕਿਉਂਕਿ ਇੱਕ ਸ਼ਿਕਾਇਤ ਕਿਸੇ ਮੈਂਬਰ ਵੱਲੋਂ ਪ੍ਰਾਪਤ ਹੋਈ ਸੀ, ਪਰ ਸ਼ਿਵ ਕੁਮਾਰ ਉਸ ਵਕਤ IG ਵਿਜੀਲੈਂਸ ਬਿਊਰੋ ਸੀ। ਉਹਨਾਂ ਨੇ ਆਪਣੇ ਆਫੀਸ਼ੀਅਲ ਪੈਡ ਤੇ, ਵਿਜੀਲੈਂਸ ਬਿਊਰੋ ਦੇ ਪੈਡ ਤੇ ਸਹਿਕਾਰਤਾ ਦੇ ਅਧਿਕਾਰੀਆਂ ਨੂੰ ਲਿਖਿਆ ਕਿ ਤੁਸੀਂ ਵਿਜੀਲੈਂਸ ਬਿਊਰੋ ਦੇ ਮੇਰੇ ਦਫ਼ਤਰ ਵਿੱਚ ਆ ਕੇ ਰਿਕਾਰਡ ਦੇਖ ਸਕਦੇ ਹੋ ਕਿ ਰਿਕਾਰਡ ਬਹੁਤ ਜ਼ਿਆਦਾ ਹੈ, ਤੁਹਾਡੇ ਤੱਕ ਲੈ ਕੇ ਆਉਣਾ ਸੰਭਵ ਨਹੀਂ। ਤੇ ਗੱਲ ਫਿਰ ਉਸ ਤੋਂ ਬਾਅਦ ਠੱਪ ਹੋ ਗਈ। ਇਹ ਸ਼ਿਕਾਇਤ ਤੇ ਹਜੇ ਤੱਕ
कोई निर्णायक फैसला नहीं किया गया सहकारिता विभाग वालों। अगे आने जी, इत्थे दसना जरूरी है कि नवीं कमेटी के 45 रुख तो चिंतित होके पुरानी कमेटी के कुछ मैंबर अते उन्हां दे 35 के करीब समर्थक इस नवीं प्रबंधकी कमेटी नूं भंग करवाउण दीआं कोशिशां कर रहे हैं। उन्होंने नवीं प्रबंधकी कमेटी विरुद्ध सहकारिता विभाग नूं शिकायत की है कि इन्हां दी जिहड़ी इलैक्शन हुई वो गलत सी, नियमां दी पालना नहीं की जा रही। ये भी कहा गया कि अगलियां जिहड़ियां कार्रवाइयां कर रहे हैं वो भी नियमां दे विरुद्ध ने। दिलचस्प गल है कि 2 IPS अफसर जिन्हां दे विचों एक औरत है, एक IPS अफसर CRPF तो एब्जॉर्ब होके पंजाब पुलिस दे विच आया, उन्होंने इस कमेटी की एग्जैक्टिव कमेटी चों अस्तीफा दिंदे हुए लिखिया, जिसदे के साडे कोल टैक्सट मौजूद है कि यह कमेटी नैगेटिव माइंडेड है, ये प्रोजैक्ट नूं डिले कर रही है, ਇਹਦਾ कोई वैसटेड इंटरस्ट हो सकता है। इन्हां गल्लां दे नाल इस दोनों मैंबरां ने अपना विरोध इस कमेटी का दर्ज करवाया। हुण कहते हैं कि नवीं कमेटी का वैसटेड इंटरस्ट है, जदों कि जिहड़े पुराने प्रबंधकां ने प्रोजैक्ट 13 साल डिले किया उन्हां दे बारे इन्हां ने कदे भी कोई लिखती शिकायत नहीं की। एक स्टेज ते इन्हां दोनों IPS अफसरां ने, एक औरत, एक CRPF तो ऑब्जर्व होया ऑफिसर, उन्होंने लिखिया सी कि पुरानी कमेटी के विरुद्ध कार्रवाई करन लई नवीं कमेटी के प्रधान रंधावा नूं अते वाइस प्रेजिडेंट ढिल्लों नूं अख्तियार दिते जाण। ते उदों बाद हुणे अपने फैसले तो, अपने कथन तो पलट गए ने, जिन्हां दे कारणों बारे सानू ज्ञान नहीं। एक होर वड्डी इररेगुलैरिटी जो फ्रॉड भी गिनी जा सकती है, उस दे मुताबिक शिव कुमार वर्मा IPS IG सिक्योरिटी ने बिना किसी अधिकार दे 2021 21.5 किले जमीन प्रोजैक्ट 1 चों जगजीत सिंह माझा अते उसकी पत्नी दे कंपनी यानी कि मैसर्स इनोवेटिव हाउसिंग एंड इंफ्रास्ट्रक्चर प्राइवेट लिमिटेड के नाम करवा दी, जिस बारे नवीं प्रबंधकी कमेटी ने मुल्लांपुर पुलिस स्टेशन नूं लिखती शिकायत की है कि परचा दर्ज कर लिया जाए। नवीं कमेटी वालों कीतियां गई शिकायतां IG रोपड़ रेंज गुरप्रीत सिंह भुल्लर नूं दे दित्तियां गईयां ने, जिहड़े केस की विशेष जांच कर रहे हैं। असीं IG शिव कुमार वर्मा नाल संपर्क किया, वो कुछ परसनल वर्क च बिजी सी, उस करके उन्होंने कहा कि विचार अजे नहीं दे सकता, पर आने वाले समय दे विच सारे इल्जामां दे बारे डिटेल जवाब देने का सानू भरोसा दिता। IG साहब अते माझा नूं असीं पक्ष देण लई चैनल ते बुलाउण दी कोशिश करांगे। फिर इनकुआरी ऑफिसर IG गुरप्रीत भुल्लर तो भी पूछांगे उन्हां दी जांच किस पड़ाव ते खड़ी है, किस स्टेज ते खड़ी है। ये भी दसांगे कि खरड़ दी अदालत दे विच या हाई कोर्ट दे विच ये चलती लिटिगेशन किस स्टेज ते खड़ी है ते की रुख अख्तियार कर रही है। अगे दसदे हैं जी, सोसाइटी दीयां फाइलां अंदरला सच जनतक करना, इन्वेस्टर मैंबर्स दा जिहड़ा पैसा है उन्होंने रिट्रीव करना, प्रोजैक्ट नूं सुखावें ढंग नाल पारदर्शिता नाल अगे वधाउणा इस खबर का मकसद है। तो इस मकसद लई असीं सारे पक्षां नूं जानन की कोशिश करांगे और कर रहे हैं। जिहड़े पक्ष रह गए ने यानी कि जिवें डेवलपर माझा अते IG शिव कुमार, उन्हां दा पक्ष असीं आउण वाली अपनी वीडियो की किश्त दे विच तुहानूं दस्सण की कोशिश करांगे। साडा मकसद ये भी है कि प्रशासन ते ये दबाव पाया जा सके कि प्रोजैक्ट दे विच बेनीमियां करन वाले, हेरा फेरियां करन वाले जे किसी ने कीतियां
ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏ, ਸਜ਼ਾ ਦਿੱਤੀ ਜਾਏ ਅਤੇ ਪ੍ਰੋਜੈਕਟ ਨੂੰ ਮੈਂਬਰਸ ਦੇ ਲਈ ਰਿਵਾਈਵ ਕੀਤਾ ਜਾ ਸਕੇ। ਨਾਓ ਆਰਟਿਕ ਸਾਡਾ ਕੀ ਮੰਨਣਾ ਪ੍ਰਾਈਮਾ ਫੇਸਾਈ ਯਾਨੀ ਕਿ ਮੁੱਢਲੇ ਤੌਰ ਤੇ ਪੁਰਾਣੀ ਕਮੇਟੀ ਨੇ ਪੰਜਾਬ ਕੋਆਪਰੇਟਿਵ ਸੁਸਾਇਟੀਜ਼ ਐਕਟ 1961 ਦੀ ਘੋਰ ਉਲੰਘਣਾ ਕੀਤੀ ਹੈ। ਡਿਵੈਲਪਰ ਨੂੰ ਜਾਂ ਉਸ ਨਾਲ ਮਿਲ ਕੇ ਇਨਵੈਸਟਰਸ ਨੂੰ ਵਿੱਤੀ ਨੁਕਸਾਨ ਪਹੁੰਚਾਇਆ, ਉਹਨਾਂ ਦਾ ਪੈਸਾ ਖੁਰਦ-ਬੁਰਦ ਕੀਤਾ, ਜਿਸ ਬਾਰੇ ਆਈਜੀ ਭੁੱਲਰ ਨੂੰ ਜਾਂਚ ਜਲਦ ਮੁਕੰਮਲ ਕਰਕੇ ਜਨਤਕ ਕਰਨੀ ਚਾਹੀਦੀ ਹੈ। ਪੁਆਇੰਟ ਨੰਬਰ 2, ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਨੂੰ ਕੀਤਿਆਂ ਹੋਏ 5 ਮਹੀਨੇ ਹੋ ਚੁੱਕੇ ਨੇ। ਸਪਸ਼ਟ ਕਰਨਾ ਚਾਹੀਦਾ ਚੰਡੀਗੜ੍ਹ ਪੁਲਿਸ ਨੂੰ ਕਿ ਉਸ ਨੂੰ ਹੋਰ ਕਿੰਨਾ ਸਮਾਂ ਚਾਹੀਦਾ ਹੈ ਕਿ ਉਹ ਕਿਸੇ ਨਤੀਜੇ ਤੇ ਪਹੁੰਚੇ ਅਤੇ ਉਸ ਤੋਂ ਬਾਅਦ ਜਨਤਾ ਨੂੰ ਸੂਚਿਤ ਕਰੇ। ਪੁਆਇੰਟ ਨੰਬਰ 3, ਜੇ ਨਵੀਂ ਕਮੇਟੀ ਇਹ ਨਿਰਧਾਰ ਇਲਜ਼ਾਮ ਲਾ ਰਹੀ ਹੈ, ਗੱਲਾਂ ਕਰ ਰਹੀ ਹੈ, ਜਦੋਂ ਕਿ ਪਹਿਲੀ ਨਜ਼ਰੇ ਐਸਾ ਨਹੀਂ ਲੱਗਦਾ, ਤਾਂ ਫਿਰ ਪ੍ਰਧਾਨ ਰੰਧਾਵਾ ਅਤੇ ਵਾਈਸ ਪ੍ਰੈਜ਼ੀਡੈਂਟ ਢਿੱਲੋਂ ਵਿਰੁੱਧ ਕਾਰਵਾਈ ਕਰਦੇ ਹੋਏ ਸਰਬਸੰਮਤੀ ਨਾਲ ਜਾਂ ਵੋਟਾਂ ਪਵਾ ਕੇ ਉਹਨਾਂ ਨੂੰ ਸੁਸਾਇਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਪੁਆਇੰਟ ਨੰਬਰ 4, ਕੋਆਪਰੇਟਿਵ ਡਿਪਾਰਟਮੈਂਟ ਨੂੰ ਜਲਦ ਤੋਂ ਜਲਦ ਸਪੈਸ਼ਲ ਆਡਿਟ ਬਾਰੇ ਨਵੀਂ ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਅਰਜ਼ੀ ਤੇ ਕਾਰਵਾਈ ਕਰਦੇ ਹੋਏ ਆਡਿਟ ਸ਼ੁਰੂ ਕਰਵਾਉਣਾ ਚਾਹੀਦਾ, ਤਾਂ ਕਿ ਇਹ 10 ਸਾਲ ਦੀ ਕਾਰਵਾਈ ਜਾਂ ਇਸ ਤੋਂ ਵੱਧ ਦੀ ਕਾਰਵਾਈ ਦੀ ਜਾਂਚ ਹੋ ਸਕੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਸਕੇ। We at ਪੰਜਾਬ ਦਸਤਾਵੇਜ਼ stand for property in public life। ਇਸ ਖਬਰ ਦਾ ਇੱਥੇ ਅੰਤ ਹੁੰਦਾ। ਅਗਲੀ ਵੀਡੀਓ ਲੈ ਕੇ ਇਸੇ ਮੁੱਦੇ ਤੇ ਜਲਦ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।